ਸਿੰਘ ਬੁਕੈ ਮਿਰਗਾਵਲੀ ਭੰਨੀ ਜਾਏ ਨ ਤੀਰਤ ਰੋਆ। ਜਿੱਥੇ ਬਾਬਾ ਪੈਰ ਧਾਰੇ ਪੂਜਾ ਆਸਣ ਥਾਪਣ ਸੋਆ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲੋਆ। ਸਿੰਘ ਬੁਕੈ ਮਿਰਗਾਵਲੀ ਭੰਨੀ ਜਾਏ ਨ ਤੀਰਤ ਰੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ। ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਸਾਰੇ ਸੰਸਾਰ ਵਿੱਚ ਹੀ ਸ੍ਰਿਸ਼ਟੀ ਦੇ ਮਾਲਕ ਜਗਤ ਗੁਰੂ ਪੀਰ ਬਾਬਾ ਨਾਨਕ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਲ ਵਰਲਡ ਦੇ ਲੋਕ ਹੀ ਬੜੇ ਸਤਿਕਾਰ ਅਤੇ ਪਿਆਰ ਨਾਲ ਮਨਾ ਰਹੇ ਹਨ। ਬਠਿੰਡਾ ਸ਼ਹਿਰ ਦੀਆਂ ਸਿੱਖ ਸੰਗਤਾਂ ਵੀ ਬੜੇ ਉਦਮ ਦੇ ਨਾਲ ਹਰ ਗੁਰੂ ਘਰ ਦੇ ਵਿੱਚ ਇਸ ਦਿਹਾੜੇ ਨੂੰ ਮਨਾ ਰਹੀਆਂ ਹੈ। ਔਰ ਆਪ ਜੀ ਗੁਰੂ ਕੀ ਨਗਰੀ ਦੀਆਂ ਸੰਗਤਾਂ ਨੇ ਵੀ ਉਦਮ ਕੀਤਾ, ਗੁਰੂ ਕੀਆਂ ਖੁਸ਼ੀਆਂ ਲਈਆਂ। ਪਰਸੋਂ ਰੋਜ਼ ਤੋਂ ਲੈ ਕਰਕੇ ਇਲਾਹੀ ਬਾਣੀ ਰੱਬੀ ਬਾਣੀ ਦੇ ਅਖੰਡ ਜਾਪ ਚੱਲੇ। ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਨੇ ਮਹਾਂਪੁਰਸ਼ਾਂ ਨੇ ਰਸ ਭਿੰਨਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ। ਗੁਰੂ ਪਿਆਰਿਓ, ਅੱਜ ਦਾ ਦਿਹਾੜਾ ਉਸ ਸਮੇਂ ਦੀ ਯਾਦ ਕਰਾਉਂਦਾ ਹੈ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਵਿੱਚ ਆਏ ਤੇ ਦੁਨੀਆ ਦਾ ਹਾਲ ਕੀ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸਾਰਾ ਉਹ ਸਮਾਂ ਉਹਨਾਂ ਨੇ ਆਪਣੀਆਂ ਪਹਿਲੀ ਵਾਰ ਦੀਆਂ ਪੌੜੀਆਂ ਦੇ ਵਿੱਚ ਬਿਆਨ ਕੀਤਾ ਹੈ। ਕੀ ਹਾਲ ਸੀ ਉਸ ਵੇਲੇ। ਜੁਗ ਗਰਦੀ ਜਬ ਹੋਵੇ ਉਲਟਾ ਜੁਗ ਕਿਆ ਹੋਏ ਵਰਤਾਰਾ। ਉਦੋਂ ਜੁਗ ਪਲਟਦਾ। ਜਦੋਂ ਜੁਗ ਪਲਟਦਾ, ਕਦੋਂ ਪਲਟਦਾ? ਜਿਵੇਂ ਅੱਜ ਦਾ ਸਮਾਂ ਆਪ ਜੀ ਦੇਖ ਰਹੇ ਹੋ। ਸਾਡੇ ਹਿੰਦੁਸਤਾਨ ਦੇ ਭਾਰਤ ਦੇ ਜਿਹੜੇ ਰਾਜੇ ਮੰਤਰੀ ਸੰਤਰੀ ਹੈ, ਉਹਨਾਂ ਨੇ ਸ੍ਰਿਸ਼ਟੀ ਨੂੰ ਦੁੱਖ ਦੇ ਛੱਡਿਆ। ਸਾਰੀ ਜਨਤਾ ਦੁਖੀ ਹੋ ਰਹੀ ਹੈ। ਐਵੇਂ ਮਨ ਮਰਜ਼ੀ ਦੀਆਂ ਬੇਨਤਾਂ ਬਣਾ ਬਣਾ ਕੇ ਨਾ ਜਨਤਾ ਨੂੰ ਪੁੱਛਣਾ ਜਾਂ ਨਾ ਜਨਤਾ ਨੂੰ ਦੱਸਣਾ, ਆਪੋ ਧਾਪੀ ਪਈ ਪਈ ਹੈ। ਉਸ ਵੇਲੇ ਇਹੀ ਹਾਲ ਸੀਗਾ ਜਿਸ ਵੇਲੇ ਅਕਾਲ ਪੁਰਖ ਨੇ ਧਰਤੀ ਦੀਆਂ ਪੁਕਾਰਾਂ ਸੁਣੀਆਂ ਔਰ ਗੁਰੂ ਨਾਨਕ ਦਾ ਰੂਪ ਧਾਰ ਕੇ ਦੁਨੀਆ ਵਿੱਚ ਆਏ। ਉਦੋਂ ਫਿਰ ਯੁੱਗ ਪਲਟਦਾ ਜਦੋਂ ਕੋਈ ਐਸਾ ਭਿਆਨਕ ਸਮਾਂ ਆ ਜਾਂਦਾ। ਯੁੱਗ ਪਲਟਾਊ ਪਰਮੇਸ਼ਰ ਦੇ ਅਵਤਾਰ ਕੋਈ ਨਾ ਕੋਈ ਜ਼ਰੂਰ ਦੁਨੀਆ ਵਿੱਚ ਆਉਂਦੇ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਯੁੱਗ ਗਰਦੀ ਜਬ ਹੋਵੇ ਉਲਟਾ ਜੁਗ ਕਿਆ ਹੋਏ ਵਰਤਾਰਾ। ਜਦੋਂ ਯੁੱਗ ਗਰਦੀ ਹੁੰਦੀ ਹੈ ਦੁਨੀਆ ਦੇ ਵਿੱਚ, ਉਦੋਂ ਕੀ ਹੁੰਦਾ ਹੈ? ਉੱਥੇ ਗਲਾਨੀ ਜਗਤ ਵਿੱਚ ਪਾਪ ਵਰਤੈ, ਪਾਪ ਭ੍ਰਿਸ਼ਟ ਸੰਸਾਰਾ। ਦੁਨੀਆ ਭ੍ਰਿਸ਼ਟ ਹੋ ਜਾਂਦੀ ਹੈ, ਦੁਨੀਆ ਵਿੱਚ ਪਾਪ ਵਰਤ ਜਾਂਦਾ ਹੈ। ਵਰਨਾ ਵਰਨਨਾ ਭਾਵਨੀ, ਕੋਈ ਕਿਸੇ ਨੂੰ ਚੰਗਾ ਨਹੀਂ ਲੱਗਦਾ।
ਖੈ ਖੈ ਜਲਨ ਬਾਂਸ ਅੰਗਿਆਰਾ, ਇੱਕ ਦੂਜੇ ਨਾਲ ਲੜ ਲੜ ਕੇ ਇਉਂ ਮਰਦੇ ਆ ਜਿਵੇਂ ਬਾਂਸ ਆਪਸ ਵਿੱਚ ਘਸ ਕੇ ਹੀ ਅੱਗ ਲਾ ਲੈਂਦੇ ਆ ਇੱਕ ਦੂਜੇ ਨੂੰ। ਔਰ ਪਿਛਲੇ ਸਮਿਆਂ ਵਿੱਚ ਜਿਹੜਾ ਤੁਸੀਂ ਦੇਖਿਆ, ਭਾਈ ਗੁਰਦਾਸ ਜੀ ਨੇ ਉਦੋਂ ਵੀ ਲਿਖਿਆ, ਨਿੰਦਿਆ ਚੱਲੇ ਵੇਦ ਕੀ, ਗ੍ਰੰਥਾਂ ਦੀ ਬੇਅਦਬੀ। ਨਿੰਦਿਆ ਚੱਲੇ ਵੇਦ ਕੀ, ਸਮਝਣ ਨੈ ਅਗਿਆਨ ਗੁਬਾਰਾ। ਹੁਣ ਇਹ ਪਵਿੱਤਰ ਮਹਾਨ ਬਾਣੀ ਜਿਸ ਨੂੰ ਸਤਿਗੁਰਾਂ ਨੇ ਬੜੇ ਹੀ ਸ਼ਬਦਾਂ ਨਾਲ ਸੰਬੋਧਨ ਕੀਤਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ, ਗੁਰ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਹ ਗੁਰੂ ਨਿਸਤਾਰੇ। ਹੁਣ ਜਿਨ੍ਹਾਂ ਨੇ ਤੇ ਇਸ ਬਾਣੀ ਨੂੰ ਸੁਣਿਆ, ਪੜ੍ਹਿਆ, ਵਿਚਾਰਿਆ, ਉਹਨਾਂ ਨੂੰ ਜੀਵਨ ਜਾਚ ਆ ਗਈ, ਜਿਉਣਾ ਆ ਗਿਆ ਉਹਨਾਂ ਨੂੰ ਕਿ ਬਾਣੀ ਦੇ ਮੁਤਾਬਕ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ। ਪਰ ਜਿਹੜੇ ਬੇਅਦਬੀਆਂ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਬਾਣੀ ਕੀ ਚੀਜ਼ ਆ। ਕੋਈ ਸਤਨਾਮ ਸੀ ਪਿਛਲੇ ਸਮੇਂ ਜਿਵੇਂ ਗ੍ਰੰਥ ਸਾਹਿਬ ਜੀ ਦੀਆਂ ਜਗ੍ਹਾ ਜਗ੍ਹਾ ਤੇ ਬੇਅਦਬੀਆਂ ਹੋਈਆਂ, ਤਾਂ ਸ਼ਾਇਦ ਉਹਨਾਂ ਮੂਰਖ ਲੋਕਾਂ ਨੂੰ ਜਿਨ੍ਹਾਂ ਨੇ ਉਹ ਬੇਅਦਬੀਆਂ ਕੀਤੀਆਂ, ਭਾਈ ਸਾਹਿਬ ਜੀ ਕਹਿੰਦੇ ਫਿਰ ਉਦੋਂ ਫਿਰ ਐਸਾ ਸਮਾਂ ਆ ਜਾਂਦਾ ਦੁਨੀਆ ਵਿੱਚ ਹਲਚਲ ਮਚ ਜਾਂਦੀ ਹੈ, ਜਿਵੇਂ ਅੱਜ ਸਾਡੇ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਵਰਸ਼ ਵਿੱਚ ਮੱਚੀ ਹੋਈ ਹੈ। ਆਲ ਵਰਲਡ ਇੱਕ ਪਾਸੇ ਹੈ ਤੇ ਮੌਕੇ ਦੇ ਰਾਜੇ ਮੰਤਰੀ ਸੰਤਰੀ ਇੱਕ ਪਾਸੇ ਹੈ। ਕੋਈ ਸਤਨਾਮ ਸੀ। ਨਿੰਦਿਆ ਚੱਲੇ ਵੇਦ ਕੀ, ਸਮਝਣ ਨੈ ਅਗਿਆਨ ਗੁਬਾਰਾ। ਉਹ ਭਲਿਓ ਵੇਦ ਗ੍ਰੰਥ ਗੁਰੂ ਹੱਟ ਹੈ, ਇਹ ਤਾਂ ਗੁਰੂ ਦਾ ਮੋਦੀ ਖਾਨਾ ਹੈ, ਹੱਟੀ ਆ ਗੁਰੂ ਦੀ। ਇੱਥੋਂ ਤਾਂ ਸਾਨੂੰ ਗਿਆਨ ਦਾ ਸੌਦਾ ਮਿਲਣਾ ਸੀਗਾ। ਤੇ ਜਿਹਨਾਂ ਮੂਰਖ ਲੋਕਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਇਸ ਗੱਲ ਦੀ ਕੀ ਸੋਝੀ ਹੈ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲਗ ਭਵਜਲ ਪਾਰ ਉਤਾਰਾ। ਇੱਥੋਂ ਤਾਂ ਗਿਆਨ ਦਾ ਸੌਦਾ ਲੈ ਕੇ ਸੰਸਾਰ ਸਮੁੰਦਰ ਚੋਂ ਸੁੱਖ ਪ੍ਰਾਪਤ ਕਰਨੇ ਸੀ, ਔਰ ਸਰੀਰ ਛੱਡਣ ਤੋਂ ਬਾਅਦ ਪਰਮੇਸ਼ਰ ਦੇ ਵਿੱਚ ਮਿਲਣਾ ਸੀਗਾ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲਗ ਭਵਜਲ ਪਾਰ ਉਤਾਰਾ। ਸਤਿਗੁਰ ਬਾਝ ਨਾ ਬੁਝੀਏ, ਪਰ ਉਹਨਾਂ ਚਿਰ ਸੰਸਾਰ ਨੂੰ ਕਿੱਥੇ ਸਮਝ ਆਉਂਦੀ ਹੈ, ਜਿਸ ਚਿਰ ਧਰੇ ਨਾ ਪ੍ਰਭ ਅਵਤਾਰਾ, ਜਿੰਨਾ ਚਿਰ ਆਪ ਨਾ ਆ ਕੇ ਸਮਝਾਵੇ। ਗੁਰ ਪਰਮੇਸ਼ਰ ਇੱਕ ਹੈ, ਸੱਚਾ ਸ਼ਾਹੋ ਜਗਤ ਬਣਜਾਰਾ। ਚਰੇ ਸੂਰ ਮਿਟ ਜਾਏ ਅੰਧਿਆਰਾ। ਜਦੋਂ ਗੁਰੂ ਪਰਮੇਸ਼ਰ ਜਾਂ ਗੁਰੂ ਦੇ ਭੇਜੇ ਪੈਗੰਬਰ, ਪੀਰ, ਪੈਗੰਬਰ, ਅਵਤਾਰ, ਭਗਤ ਦੁਨੀਆ ਵਿੱਚ ਆਉਂਦੇ ਆ, ਫਿਰ ਮਾਰਗ ਦਰਸ਼ਨ ਕਰਦੇ ਆ ਦੁਨੀਆ ਦਾ। ਜਿਵੇਂ ਅੱਜ ਤੋਂ 550 ਸਾਲ ਪਹਿਲਾਂ, ਅੱਜ 551ਵਾਂ ਦਿਹਾੜਾ ਮਨਾ ਰਹੇ ਆ, ਔਰ 551 ਸਾਲ ਜੋ ਹੋ ਚੁੱਕੇ ਹਨ। 550 ਸਾਲ ਪਹਿਲਾਂ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਵਿੱਚ ਆ ਕਰਕੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ ਸੀਗਾ। ਆਮ ਆਪਾਂ ਅੱਜ ਸੁਣਾਂਗੇ ਸ਼ਬਦ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਕਿਹੜੀ ਧੁੰਦ ਸੀ? ਆਹੀ ਜਿਹੜੀ ਅੱਜ ਦਿੱਲੀ 'ਚ ਮੱਚੀ ਹੋਈ ਹੈ, ਜਿਹੜੀ ਭਾਰਤ ਵਰਸ਼ ਵਿੱਚ ਮੱਚੀ ਹੋਈ ਹੈ, ਇਹੀ ਧੁੰਦ ਸੀ, ਅਗਿਆਨਤਾ। ਕੋਈ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਆਪੋ ਆਪੀ ਧਾਇਕ ਹੋਏ ਕਹਿ, ਨਿਆਰੇ ਨਿਆਰੇ ਪੰਥ ਚਲਾਵੇ। ਹੁਣ ਭਾਰਤ ਵਰਸ਼ ਵਿੱਚ, ਕੱਲੇ ਪੰਜਾਬ ਦੇ ਵਿੱਚ ਹੀ ਆਪਾਂ ਜਾਣਦੇ ਹਾਂ ਕਿ ਕਿੰਨੇ ਧਰਮ, ਕਿੰਨੇ ਪੰਥ ਚੱਲੇ ਹੋਏ ਆ। ਪੰਥ ਦਾ ਮਤਲਬ ਹੈ ਮਾਰਗ। ਧਰਮ ਤਾਂ ਵੈਸੇ ਇੱਕੋ ਹੀ ਆ ਸਾਰਿਆਂ ਦਾ। ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕੰਮ ਕਰ, ਪਰਮੇਸ਼ਰ ਨਾਲ ਵੀ ਜੁੜ ਤੇ ਕਿਰਤ ਕਰ। ਇਹ ਸਭ ਤੋਂ ਵੱਡਾ ਧਰਮ ਪੰਜਵੇਂ ਪਾਤਸ਼ਾਹ ਨੇ ਦੱਸਿਆ। ਭਾਵੇਂ ਕਿ ਦੁਨੀਆ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ 2 ਧਰਮ ਚੱਲਦੇ ਸੀ, ਗੁਰੂ ਪਿਆਰਿਓ, ਮੁਸਲਮਾਨਾਂ ਦਾ ਅਤੇ ਹਿੰਦੂਆਂ ਦਾ। ਔਰ ਹਿੰਦੂ ਜਿਹੜੇ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸੀ ਤੇ ਉਹ ਇਹਨਾਂ ਨੂੰ ਕਾਫਰ ਕਹਿੰਦੇ ਸੀ। ਦੋਨੇ ਇੱਕ ਦੂਜੇ ਨੂੰ ਗਲਤ ਕਹਿ ਰਹੇ ਸੀ। ਪ੍ਰੀਤਮ ਜੀ ਕਹਿੰਦੇ ਸਤਿਗੁਰ ਬਾਝ ਨਾ ਬੁਝੀ ਹੈ, ਜਿਚਰ ਧਰੇ ਨਾ ਪ੍ਰਭ ਤਾਰਾ। ਤੇ ਫਿਰ ਜਦੋਂ ਅਕਾਲ ਪੁਰਖ ਦੇ ਕੋਲ ਗੁਰੂ ਪਿਆਰਿਓ ਇਹ ਸੰਸਾਰ ਦੀਆਂ, ਧਰਤੀ ਦੀਆਂ ਆਵਾਜ਼ਾਂ ਗਈਆਂ। ਹੁਣ ਤੁਸੀਂ ਕਹੋਗੇ ਵੀ ਧਰਤੀ ਕਿਵੇਂ ਬੋਲਦੀ ਹੈ? ਆਹ ਧਰਤੀ ਦੀ ਆਵਾਜ਼ ਹੈ ਜੋ ਦਿੱਲੀ ਦੇ ਵਿੱਚ ਹੋ ਰਹੀ ਹੈ, ਕਿਸਾਨਾਂ ਦੀ ਆਵਾਜ਼, ਜਨਤਾ ਦੀ ਆਵਾਜ਼, ਦੁਨੀਆ ਦੀ ਆਵਾਜ਼, ਇਹ ਧਰਤੀ ਦੀ ਆਵਾਜ਼ ਹੀ ਹੈ। ਜਦੋਂ ਆਲ ਵਰਲਡ ਹੀ ਇਸ ਤਰ੍ਹਾਂ ਦੁਖੀ ਹੋ ਜਾਵੇ, ਜੋ ਸਾਰੀ ਦੁਨੀਆ ਹੀ ਇਸ ਤਰ੍ਹਾਂ ਦੁਖੀ ਹੋ ਜਾਵੇ, ਤੇ ਫਿਰ ਉਹ ਜਿਹੜੀ ਆਵਾਜ਼ ਉੱਠਦੀ ਹੈ ਉਹ ਧਰਤੀ ਦੀ ਆਵਾਜ਼ ਮੰਨੀ ਜਾਂਦੀ ਹੈ। ਭਾਵ ਸਾਰੀ ਧਰਤੀ ਦੇ ਜੀਵਾਂ ਦੀ ਇੱਕ ਆਵਾਜ਼ ਹੈ ਕਿ ਪਰਮੇਸ਼ਰ ਹੁਣ ਮੈਂ ਡੋਲ ਰਹੀ ਹਾਂ, ਮੈਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਜਨੇਊ ਪਾਉਣ ਲੱਗੇ ਤਾਂ ਹਿੰਦੂ ਲੋਕਾਂ ਨੂੰ ਗਿਆਨ ਦਿੱਤਾ।
ਕੇਵਲ ਕੋਈ ਧਰਮ ਦੇ ਚਿੰਨ੍ਹ ਪਹਿਨ ਕੇ ਧਰਮੀ ਨਹੀਂ ਹੋ ਸਕਦਾ। ਅੱਜ ਸੰਸਾਰ ਦੇ ਵਿੱਚੋਂ ਪੰਡਤ ਹਰਦਿਆਲ ਜੀ, ਮੈਂ ਦੱਸਦਾ ਕਿਹੜੇ ਜਨੇਊ ਦੀ ਲੋੜ ਹੈ। ਇਹ ਤੇਰਾ ਧਾਗੇ ਵਾਲਾ ਜਨੇਊ ਪਰੇ ਧਰਦੇ ਹੋਣੇ ਨਹੀਂ ਲੁੱਟ ਚੱਲਣਾ, ਫਿਰ ਕਿਹੜਾ ਚਾਹੀਦਾ? ਕਹਿੰਦੇ ਸੰਸਾਰ ਦੇ ਵਿੱਚੋਂ ਇਹ ਚੀਜ਼ ਖਤਮ ਹੋ ਚੁੱਕੀ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਕੋਈ ਧਾਗਾ ਜਨੇਊ ਨਹੀਂ ਸੀ। ਇਹ ਬੰਦੇ ਚੋਂ ਨਿਕਲੇ ਹੋਏ ਗੁਣ ਜੋ ਡਿਲੀਟ ਹੋ ਚੁੱਕੇ ਸੀ, ਖਤਮ ਹੋ ਚੁੱਕੇ ਸੀ। ਇਹਨਾਂ ਗੁਣਾਂ ਨੂੰ ਭਰਨ ਦੀ ਲੋੜ ਹੈ। ਜਿਹੜੇ ਧਰਮੀ ਬੰਦੇ ਹਨ ਉਹ ਲਾਲਚੀ ਹੋ ਗਏ, ਜਿਹੜੇ ਰਾਜੇ ਸਨ ਉਹ ਬਘਿਆੜ ਬਣ ਗਏ, ਰਾਜਿਆਂ ਦੇ ਪੈਰੋਕਾਰ ਕੁੱਤੇ ਬਣ ਗਏ। ਬਾਬਾ ਨਾਨਕ ਕਹਿੰਦਾ ਰਾਜੇ ਸ਼ਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਮੋਟਾ ਮਾਲ ਖਾਂਦੇ ਆ ਤੇ ਦੂਜਿਆਂ ਨੂੰ ਕਹਿੰਦੇ ਆ ਤੁਸੀਂ ਇਹ ਬਚਿਆ ਖੁਚਿਆ ਖਾ ਲਓ। ਰੱਤ ਪਿੱਤ ਕੁੱਤਿਓ ਚੱਟ ਜਾਓ, ਜਨਤਾ ਨੂੰ ਖਤਮ ਕਰ ਦਿਓ। ਕਿਤੇ ਇਹੀ ਹਾਲ ਜਿਹੜਾ ਅੱਜ ਭਾਰਤ ਵਿੱਚ ਹੈ, ਇਹ ਕਿਸੇ ਵੇਲੇ ਰੋਮ ਦੇ ਵਿੱਚ ਹੋ ਰਿਹਾ ਸੀ। ਕੋਈ ਸਤਨਾਮ ਸੀ ਜਿਹੜਾ ਰੋਮ ਦਾ ਰਾਜਾ ਹੋਇਆ ਨਾ, ਕਾਰੂ, ਇਹਦਾ ਵੱਡਾ ਸੀ ਹਾਰੂ। ਤੇ ਹਾਰੂ ਨੇ ਅੱਜ ਦੀ ਇਹਨਾਂ ਮੰਤਰੀਆਂ ਸੰਤਰੀਆਂ ਦੀ ਤਰ੍ਹਾਂ, ਮੋਦੀ ਵਰਗਿਆਂ ਦੀ ਤਰ੍ਹਾਂ, ਹੋਰ ਰਾਜਿਆਂ ਦੀ ਤਰ੍ਹਾਂ ਆਪਣੇ ਰੋਮ ਦੇਸ਼ ਦਾ ਸਾਰਾ ਪੈਸਾ ਆਪਣੇ ਘਰੇ ਇਕੱਠਾ ਕਰ ਲਿਆ ਸੀ ਤੇ ਜਨਤਾ ਭੁੱਖੀ ਮਰਦੀ ਸੀ। ਭੁੱਖਾ ਮਰਦਾ ਕਰੂਗਾ ਫਿਰ ਜੋ ਅਸੀਂ ਕਰ ਰਹੇ ਹਾਂ। ਜਵਾਕਾਂ ਨੂੰ ਅੰਗਰੇਜ਼ੀ ਪੜ੍ਹਾ ਕੇ ਬਾਹਰ ਨੂੰ ਭੇਜ ਰਹੇ ਆ ਕਿਉਂਕਿ ਸਾਨੂੰ ਇੱਥੇ ਨਿਆਂ ਨਹੀਂ ਮਿਲ ਰਿਹਾ। ਕੋਈ ਸਤਨਾਮ ਸੀ ਨਹੀਂ। ਕਿਹੜੇ ਮਾਂ ਪਿਓ ਦਾ ਜੀ ਕਰਦਾ ਇੱਕ ਜਾਂ ਦੋ ਬੱਚੇ ਹੁਣ ਉਹ ਅੱਖਾਂ ਤੋਂ ਪਰੇ ਚਲੇ ਜਾਣ? ਮਜਬੂਰੀ ਆ ਸਾਡੀ। ਕਿਸਾਨ ਜਿਹੜੇ ਦੁਖੀ ਹੋਏ, ਕਰਜ਼ਿਆਂ ਦੇ ਹੇਠਾਂ ਨੱਬੇ ਹੋਏ, ਟੈਨਸ਼ਨ ਨੂੰ ਨਾ ਝੱਲਦੇ ਹੋਏ ਮੌਤ ਨੂੰ ਗਲੇ ਬੱਕੜੀ ਲੈ ਲੈਂਦੇ ਆ। ਇਹ ਰੋਮ ਦੇ ਵਿੱਚ ਹੋ ਰਿਹਾ ਸੀਗਾ। ਧੰਨ ਗੁਰੂ ਨਾਨਕ ਦੇਵ ਜੀ ਯਾਤਰਾ ਦੌਰਾਨ ਉੱਥੇ ਪਹੁੰਚੇ। ਮੈਂ ਤੁਹਾਨੂੰ ਛੋਟੀਆਂ ਸਾਖੀਆਂ ਸੁਣਾਵਾਂ, ਵੈਸੇ ਬਹੁਤ ਵਾਰੀ ਸੁਣ ਲੀਆਂ, ਮੈਂ ਨਿਚੋੜ ਹੀ ਸੁਣਾਵਾਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦਾ, ਜਿੰਨਾ ਕੁ ਸਤਿਗੁਰ ਕਿਰਪਾ ਕਰਨਗੇ ਆਪਾਂ ਨੂੰ, ਜਿੰਨਾ ਕੁ ਸਮਾਂ ਦਿੱਤਾ ਸਤਿਗੁਰ ਨੇ। ਤੇ ਰੋਮ ਦੇ ਰਾਜੇ ਦੇ ਜਦ ਦਰ ਤੇ ਗਏ, ਉੱਥੇ ਪਹਿਰੇਦਾਰ ਖੜੇ ਆ ਤੇ ਪਹਿਰੇਦਾਰਾਂ ਨੂੰ ਪਾਤਸ਼ਾਹ ਪੁੱਛਦੇ ਆ ਰਾਜਾ ਕਿੱਥੇ ਆ? ਅਰਦਾਸ ਕਰੀਏ ਆਪਾਂ ਸਾਰੇ ਅੱਜ, ਕੋਈ ਇਸ ਮੋਦੀ ਵਰਗੇ ਨੂੰ ਸਮਝਾਉਣ ਵਾਲਾ ਵੀ ਭੇਜ ਦੇ, ਇਹਨੂੰ ਅਕਲ ਆ ਜਾਵੇ ਜਿਵੇਂ ਤੂੰ ਰੋਮ ਵਾਲੇ ਕਾਰੂ ਨੂੰ ਸਮਝਾਇਆ ਸੀ। ਪਹਿਰੇਦਾਰ ਕਹਿੰਦੇ ਜੀ ਪੁੱਛੋ ਨਾ। ਕਿੱਥੇ ਹੈ? ਅੰਦਰ ਬੈਠਾ ਜੀ, ਰਾਣੀਆਂ ਚ ਮਸਤ ਹੈ, ਇਸ਼ੂ ਇਸ਼ਕ ਵਿੱਚ ਮਸਤ ਹੈ, ਦੁਨੀਆ ਦੀ ਆਵਾਜ਼ ਨਹੀਂ ਸੁਣ ਰਿਹਾ ਉਹ, ਦੁਨੀਆ ਬੜੀ ਦੁਖੀ ਹੋ ਰਹੀ ਆ। ਕਹਿੰਦੇ ਜਾ ਬੁਲਾ ਕੇ ਲਿਆਓ ਅੰਦਰੋਂ। ਬੁਲਾਉਣ ਗਏ। ਰਾਜਾ ਸਾਹਿਬ ਤੁਹਾਨੂੰ ਬਾਹਰ ਕੋਈ ਫਕੀਰ ਮਿਲਣਾ ਚਾਹੁੰਦਾ। ਉਹ ਫਕੀਰ ਕੋਈ ਮੰਗਤਾ ਹੋਊਗਾ, ਮੈਂ ਨਹੀਂ ਮਿਲਦਾਗਾ, ਕਿਉਂ ਕੰਜੂਸ ਬੜਾ ਸੀਗਾ। ਪੈਸਾ ਇਕੱਠਾ ਕਰਨ ਵਾਸਤੇ, ਜਨਤਾ ਦੇ ਵਿੱਚੋਂ ਪੈਸਾ ਇਕੱਠਾ ਕਰਨ ਵਾਸਤੇ ਉਹਨੇ ਕੀ ਕੀਤਾ? ਆਪਣੀ ਲੜਕੀ ਨੂੰ ਚੌਂਟੇ ਵਿੱਚ ਖੜਾਤਾ, ਅਲਾਉਸਮੈਂਟ ਕਰਵਾਤੀ, ਜਿਹੜਾ ਮੈਨੂੰ 1 ਰੁਪਈਆ ਦੇ ਦੇ ਮੈਂ ਲੜਕੀ ਦਾ ਸਾਕ ਦੇ ਦੂੰਗਾ। ਇੱਕ ਨੌਜਵਾਨ ਨੇ ਵੇਖਿਆ, ਆਪਣੀ ਮਾਂ ਕੋਲੇ ਜਾ ਕੇ ਜਿੱਦ ਪੈ ਗਿਆ, ਬੇਬੇ 1 ਰੁਪਈਆ ਦੇ ਦੇ। ਕਿਉਂ? ਅੱਜ ਮੇਰਾ ਵਿਆਹ ਹੁੰਦਾ, 1 ਰੁਪਈਏ ਨਾਲ ਰੀਤ ਉੱਥੋਂ ਹੀ ਚੱਲੀ, 1 ਰੁਪਈਏ ਨਾਲ ਵਿਆਹ ਕਰਾਉਣ ਦੀ। 1 ਰੁਪਈਏ ਨਾਲ ਮੇਰਾ ਵਿਆਹ ਹੁੰਦਾ ਹੈ। ਕੌਣ ਕਰਦਾ ਹੈ? ਰਾਜਾ ਕਾਰੂ। ਪੁੱਤ ਰੁਪਈਆ ਤਾਂ ਜ਼ਹਿਰ ਖਾਣ ਨੂੰ ਵੀ ਨਹੀਂ ਬਚਿਆ। ਬੇਬੇ ਦੇ ਰੁਪਈਆ ਜਿੱਥੋਂ ਮਰਜੀ ਦੇ। ਜਿੱਦ ਪੈ ਗਿਆ ਬੱਚਾ। ਮਾਂ ਕਹਿਣ ਲੱਗੀ ਪੁੱਤ ਰੁਪਈਆ ਕਿਸੇ ਦੇ ਕੋਲੇ ਨਹੀਂ, ਸਾਰੀ ਦੁਨੀਆ ਭੁੱਖੀ ਮਰਦੀ ਆ। ਫਿਰ ਕਹਿੰਦਾ ਮੈਂ ਤਾਂ ਵਿਆਹ ਕਰਾਉਣਾ। ਕਹਿੰਦੇ ਪੁੱਤ ਏਦਾਂ ਕਰ, ਫਿਰ ਰਾਤ ਨੂੰ ਜਾਈ ਕਬਰਾਂ 'ਚ। ਆਪਣੇ ਰੀਤ ਹੈ ਵੀ ਜਦੋਂ ਮੁਰਦੇ ਨੂੰ ਦਫਨਾਉਣੇ ਆ ਨਾ, ਉਹਦੇ ਮੂੰਹ ਵਿੱਚ 1 ਰੁਪਈਆ ਰੱਖਦੇ ਆ। ਕੋਈ ਸਤਨਾਮ ਸੀ। ਤੇਰੇ ਪਿਓ ਦੀ ਕਬਰ ਪੱਟ ਕੇ ਉਹਦੇ ਮੂੰਹ 'ਚੋਂ 1 ਰੁਪਈਆ ਕੱਢ ਲਿਆ। ਉਹ ਰਾਤ ਨੂੰ ਗਿਆ, ਪਿਤਾ ਦੀ ਕਬਰ ਪੱਟੀ, ਉਹਦੇ ਵਿੱਚੋਂ 1 ਰੁਪਈਆ ਕੱਢਿਆ ਮੂੰਹ ਦੇ ਵਿੱਚੋਂ, ਵਾਪਸ ਆ ਗਿਆ। ਤੜਕੇ ਗਿਆ ਬਾਜ਼ਾਰ 'ਚ, ਕਹਿੰਦਾ ਲਓ ਵੀ 1 ਰੁਪਈਆ ਲਓ। ਇਹ ਤਾਂ ਉਹਨਾਂ ਦਾ ਸਟੰਟ ਸੀਗਾ, ਕਿਹੜੀ ਕੁੜੀ ਵਿਆਹੁਣੀ ਸੀ ਉਹਨੇ। ਫੜ ਕੇ ਪਹਿਰੇਦਾਰ ਸਿਪਾਹੀ ਉਸ ਨੂੰ ਲੈ ਗਏ ਰਾਜੇ ਕੋਲ। ਰਾਜਾ ਕਹਿੰਦਾ ਰੁਪਈਆ ਲਿਆਂਦਾ ਕਿੱਥੋਂ ਹੈ? ਕਹਿੰਦਾ ਵੀ ਤੈਨੂੰ ਕੀ, ਤੂੰ ਰੁਪਈਆ ਲੈ ਤੇ ਸਾਕ ਦੇ। ਕਹਿੰਦਾ ਮੈਂ ਵੇਖਣਾ ਰੁਪਈਆ ਲਿਆਂਦਾ ਕਿੱਥੋਂ ਹੈ। ਜਦੋਂ ਝਿੜਕਿਆ ਝੰਬਿਆ, ਉਹ ਕਹਿਣ ਲੱਗਿਆ ਰੁਪਈਆ ਤਾਂ ਮੈਂ ਕਬਰਾਂ ਚੋਂ ਕੱਢ ਕੇ ਲਿਆਇਆ। ਤੇ ਫਿਰ ਦੁਸ਼ਟ ਨੇ ਸਾਰੀਆਂ ਕਬਰਾਂ ਵੀ ਪਟਾ ਦਿੱਤੀਆਂ ਤੇ ਸਾਰੇ ਰੁਪਈਏ ਮੁਰਦਿਆਂ ਦੇ ਮੂੰਹ ਚੋਂ ਕੱਢ ਲਏ। ਕਹੋ ਸਤਨਾਮ ਸੀ। ਹਾਰੂ ਨੇ 40 ਗੰਜ ਤੇ ਇਹ ਨਹੀਂ, ਉਹ ਇਕੱਠੀ ਕਰਕੇ 45 ਗੰਜ। ਗੰਜ ਗਿਣਤੀ ਤੋਂ ਬਾਹਰ ਹੈ। ਵੱਡੇ ਵੱਡੇ ਢੇਰ, ਜਿਵੇਂ ਇਹਨਾਂ ਲੋਕਾਂ ਨੇ ਕਮਰੇ ਕੋਠੇ ਭਰ ਭਰ ਰੱਖੇ ਆ ਨੋਟਾਂ ਦੇ, ਤੇ ਜਨਤਾ ਭੁੱਖੀ ਮਰੀ ਜਾਂਦੀ ਹੈ। ਮਾਇਆ ਚੱਲਦੀ ਚੰਗੀ ਲੱਗਦੀ ਹੈ, ਇਹ ਘੁੰਮਦੀ ਚੰਗੀ ਲੱਗਦੀ ਹੈ।
की होया? बाबे नानक नूं कहन लग्या कोई फकीर मंगता होगा, मैं नहीं जाता। पहरेदार बाहर है, कहने जी ऐदा कहना, कहते उन्होंने कह दे लैन कुछ नहीं आया, तेनों देन कुछ आया। बंदा लालची है ना। उठ के बाहर आ गया। बाबा जी थोड़ी दूरी ते एक टिब्बा जा सीगा, उत्थे तौड़े पै सी फुटे होए, उत्थे जाके बैठ गए, ला के परना बिछाया ते डिकरियां पाउणियां शुरू करतियां टुटे घड़ियां दीयां। कोई सतनाम सी। इन्ने आ गए अंदरों निकल के, कहना कित्थे आ? कहने जी वो जा बैठे तिन्ने जने। कोले गया, हाँ फकीरा फकरा किवें आ? बाबा कहे ठहर जा। दवा दव डिकड़ी हचन लगे परने च। कहना किवें सद्दिया सी दस मैनू? 2 मिनट रोकेगा, मैं इकट्ठियां कर ला। की करोगे इन्हां दा? ये दरगाह च लैके जावांगे। महाराज नाल तां कुछ भी नहीं जानदा, तुसीं डिकड़ियां लैके जाओगे। बाबा जी भोले जे बन के कहने अच्छा भाई, तो फिर जेड़ी तू 45 गंज माया जोड़ी है वह की करेगा? मरेगा तो तू भी। पैसा किसी का जो देवै दिलावै रुझावै खाए, होता ना राखे अकेला ना खाए। उत्थे फिर ये काजी रोकन दी नाल गलबात हुई है बाबे नानक दी। उत्थे काफ़ी लम्मा यह शब्द हैगा जिहदे अखीर ते यह बचन हन, राज करेगा खालसा आकी रहे ना कोई। ये बाबे नानक ने उचारे है उस करनी नामे दे विच, राज करेगा खालसा आकी रहे ना कोई। खैर हुण की होया? कारू बह गया, चक्कर च पै गया। पातशाह ने दिमाग हिलाता भी तू दस की करेगा, कल नूं तू भी मरेगा। तेरा वड्डा मर गया ना हारू, इत्थे छड्ड गया, तू भी छड्ड जाएगा। फिर कहंदा जी फिर नाल किवें जा सकदी है? कहंदे एक जुगत है, इन्हां लोकां दीयां असीसां लै ला, ते जिहड़ा अज भारत वर्ष दीयां लाहनतां खट रहा है, वो मोदी बोरियां लाहनतां दीयां भर के ले जाऊगा। कोई सतनाम सी। ये राजे लाहनतां लैके जाणगे दुनिया चों खट के, ते गाहां फिर जद जमदूत इन्हां नूं पुछणगे भी दस की करके आया, ते फिर आ जनता दीयां लाहनतां उन्हां नूं सजा दिवाउणगीਆਂ। कद तक कर्म कमावने दोष न काहू जोग, परमेश्वर ते भुलिया व्यापन सभे रोग। बेमुख होए राम ते लगन जन्म जोग। ते राम कोई अलग तां नहीं बैठा, एक पासे राम दा मंदिर उसारिया जा रहा, दूजे पासे राम दे इन्हां शरीरां नूं भन्निया जा रहा, दुख दिता जा रहा। परमेश्वर राम वाहिगुरू अल्लाह सारे एक उसे ताकत दे नाम हैं परमेश्वर दे। तो इस करके गुरु प्यारे हो उस वेले आ समा सी जिहड़ा तुहानूं अज याद करवाता दोबारा संसार ने। भई गलानी जगत विच 4 वर्ण च आश्रम पाए, 10 नाम सन्यासियां जोगी 12 पंथ चलाए। जोगी एक सी गोरखनाथ, अगे उसके बहुत सारे पंथ बन गए। हिंदू मत भी सन्यासियां दे बेअंत पंथ बन गए। जंगम अते सरेवड़े दगे दिगंबर बाद कराए, और ये सारे जिन्ने भी पंथ ये पाड़ते जाते हैं, लड़ाइयां का कारण बनते जाते हैं। कोई सतनाम सी। एक मुठ विच ही प्यार है ना, एकता विच ही प्यार है। जिन्ने दुनिया पाड़ती जाऊ ओने ही लड़ाइयां वधदियां जाणगियां। दगे दिगंबर बाद कराए, लड़ाइयां कराइयां वध वध के। ब्राह्मण बहु प्रकार कर शास्त्र वेद पुराण लड़ाए। ब्राह्मणों ने शास्त्र वेद ग्रंथ बनाए, और इन्हां दा जद प्रचार किया तो इन्हां चों काम की गल दस्सण दी बजाय लोकां नूं शूद्र वैश्य खत्री ब्राह्मण आदि बना करके भगत कबीर साहब जी का समा, उन्हां भगतां दा समा, जदों आम जनता नूं शूद्र कह के कहा जांदा सीगा, पिछे अपने झाड़ी बन के रखो ते गल विच कुज्जा रखो, क्योंकि असीं ब्राह्मण ब्रह्मा दे पुत्र हाँ, असीं धरती ते चलना, तुसीं थल्ले नहीं थुकना, ते तुहाडीआं पैड़ां भी झाड़ू नाल खत्म कर दिओ। कोई सतनाम सी। वो भी समा सी जदों भगतां ने बड़ी जद्दोजहद कीती। अज भी कोई परमेश्वर कृपा करन इहो जे रब दे प्यारे नूं भेजण, आपां अरदास करनी है सारिआं ने। खैर ब्राह्मण बहु प्रकार कर शास्त्र वेद पुराण लड़ाए। इन्हां दे ग्रंथ आपस में एक दूजे नाल नहीं मिलदे गे, इन्हां दीयां गल्लां एक दूजे नाल नहीं मिलदियां, अटैचमेंट नहीं करदियां। बाबे नानक दी बाणी लिखी, पातशाह ने बचन उचारिया, भंड जम्मिया भंड निमिया, भंड मंगण विआहो इस्त्री की सिफत दसी। ते लाहौर का एक कवि आया, वो कहता जी मेरा शब्द भी लिखो बिच। कहते लिखो, दसो। कहना
ਕਾਗਜ਼ ਸੰਧੀ ਪੂਤਰੀ ਤਊ ਨਾ ਤ੍ਰਿਆ ਨਿਹਾਰ, ਇਸਤਰੀ ਦੀ ਫੋਟੋ ਵੀ ਨਾ ਦੇਖ, ਇਹ ਬਹੁਤ ਮਾੜੀ ਹੈ, ਨਰਕਾਂ ਨੂੰ ਲੈ ਜਾਂਦੀ ਹੈ। ਗੁਰੂ ਅਰਜਨ ਦੇਵ ਕਹਿੰਦੇ ਨਹੀਂ ਲਿਖਿਆ ਜਾਣਾ, ਇਹ ਐਂਟੀ ਆ ਗੁਰੂ ਨਾਨਕ ਦੇ ਬਚਨ ਤੇਰਾ। ਕੋ ਸਤਨਾਮ ਸੀ। ਤੂੰ ਕਿਵੇਂ ਕਹਿਤਾ ਇਸਤਰੀ ਨੂੰ ਮਾੜੀ? ਤੇਰੀ ਮਾਂ ਨਹੀਂ ਇਸਤਰੀ, ਤੇਰੀ ਭੈਣ ਇਸਤਰੀ ਨਹੀਂ, ਤੇਰੀ ਘਰ ਵਾਲੀ ਇਸਤਰੀ ਆ। ਉਹ ਕਹਿੰਦੇ ਜੀ ਉਹ ਤਾਂ ਠੀਕ ਆ, ਪਰ ਨਹੀਂ ਲਿਖਿਆ ਜਾਂਦਾ। ਪਰ ਇਹਨਾਂ ਦੇ ਸਾਰੇ ਜਿਹੜੇ ਹਨ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਵੇਦ ਪੁਰਾਣ ਗ੍ਰੰਥ ਲੜਾਏ, ਇਹਨਾਂ ਨੇ ਗ੍ਰੰਥ ਵੀ ਲੜਾ ਦਿੱਤੇ ਆਪਸ ਵਿੱਚ। ਕੋ ਸਤਨਾਮ ਸੀ। ਤੰਤ ਮੰਤਰ ਰਸਾਇਣਾ ਕਰਾਮਾਤ ਕਾਲਕ ਲਪਟਾਏ, ਇੱਕ ਸਤੇ ਬਹੁ ਰੂਪ ਕਾ ਰੂਪ ਕਰੂਪੀ ਘਣੇ ਦਿਖਾਏ, ਕਲਯੁਗ ਅੰਦਰ ਭਰਮ ਭੁਲਾਏ। ਇਉਂ ਭਾਈ ਗੁਰਦਾਸ ਜੀ ਕਹਿੰਦੇ ਬਹੁ ਵਾਟੀ ਜਗ ਚੱਲੀਆ, ਤਬ ਹੀ ਭਏ ਮੁਹੰਮਦ ਜਾਰਾ। ਉਹਨਾਂ ਸਮਿਆਂ 'ਚ ਮੁਹੰਮਦ ਸਾਹਿਬ ਆਏ। ਉਦੋਂ ਬਾਅਦ ਪਹਿਲਾਂ ਹਿੰਦੂਆਂ ਦੀ ਮਤ ਚੱਲਦੀ ਸੀਗੀ। ਮੇਰਾ ਖਿਆਲ ਹੈ ਵੀ ਹਿੰਦੂ ਸ਼ਬਦ ਬਾਅਦ ਵਿੱਚ ਰੱਖਿਆ ਗਿਆ, ਪਹਿਲਾਂ ਇਹਦਾ ਨਾਮ ਭਾਰਤ ਵਰਸ਼ ਹੈ, ਪੁਰਾਣਾ ਨਾਮ ਇਸ ਦਾ ਭਾਰਤ ਖੰਡ ਹੈ। ਜੇ 9 ਖੰਡਾਂ ਦੀ ਗੱਲ ਕਰੀਏ ਨਾ, ਜੋ ਬਾਬੇ ਨਾਨਕ ਨੇ ਮਰਦਾਨੇ ਨੂੰ ਵਿਖਾਏ, ਉਹ 9 ਖੰਡ ਧਰਤੀ ਵਿੱਚੋਂ ਇੱਕ ਧਰਤੀ ਹੈ ਭਾਰਤ ਖੰਡ, ਇਸ ਦਾ ਨਾਮ ਸੀ ਭਾਰਤ ਵਰਸ਼। ਖੈਰ ਫਿਰ ਕੀ ਹੋਇਆ? ਮੁਹੰਮਦ ਸਾਹਿਬ ਆਏ, ਮੁਸਲਮਾਨ ਮਤ ਵਿੱਚ ਵੀ ਕੌਮ 72 ਸੰਕਰ, ਉਹਨਾਂ ਦੇ 72 ਫਿਰਕੇ ਬਣ ਗਏ। ਬਹੁਵਿਧ ਬੈਰ ਵਿਰੋਧ ਪਸਾਰਾ। ਇਸ ਤਰ੍ਹਾਂ ਉਹਨਾਂ ਨੇ ਕੀ ਕੀਤਾ? ਫਿਰ ਪੀਰ ਪਕੰਬਰ ਔਲੀਏ ਗੌਸ ਕੋਤੋ ਗੋ ਭੇਖ ਸਵਾਰਾ, ਠਾਕਰ ਦੁਆਰੇ ਢਾਹ ਕੇ ਤੇ ਠੌੜੀ ਮਸੀਤ ਉਸਾਰਾ। ਉਹਨਾਂ ਨੇ ਮੰਦਰ ਢਾਹ ਕੇ ਮਸੀਤਾਂ ਬਣਾਉਣਾ ਸ਼ੁਰੂ ਕਰਤੀਆਂ। ਜਿਵੇਂ ਅੱਜ ਵੀ ਐਸਾ ਹਾਲ ਹੈ ਦੁਨੀਆ ਦੇ ਵਿੱਚ। ਮਨ ਗਊ ਗਰੀਬ ਨੂੰ ਧਰਤੀ ਉੱਪਰ ਪਾ ਬਿਥਾਰਾ, ਕਾਫਰ ਮੁਲਹਿਦ ਇਰਮਨੀ ਰੂਮੀ ਜੰਗੀ ਦੁਸ਼ਮਣ ਧਾਰਾ। ਪਾਪੇ ਦਾ ਵਰਤਿਆ ਵਰਤਾਰਾ। ਐਸਾ ਹਾਲ ਉਸ ਵੇਲੇ ਸੀ ਜਦੋਂ ਸੰਸਾਰ ਦੀਆਂ ਪੁਕਾਰਾਂ ਪਰਮੇਸ਼ਰ ਦੇ ਕੋਲ ਜਾਣ ਲੱਗੀਆਂ। 4 ਵਰਨ 4 ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਵਕੀਲੀ ਤਕਬਰੀ ਖਿੰਚੋ ਤਾਣ ਕਰੇਨ ਤੰਗਾਣੇ। ਉਹ ਕਹਿੰਦੇ ਸਾਡਾ ਵੱਡਾ, ਉਹ ਕਹਿੰਦੇ ਸਾਡਾ ਵੱਡਾ ਹੈ। ਧੱਕਾ ਹੋਣ ਲੱਗਿਆ ਜਨਤਾ ਦੇ ਨਾਲ, ਜਿਵੇਂ ਅੱਜ ਹੋ ਰਿਹਾ ਹੈ। ਜੰਗ ਬਨਾਰਸ ਹਿੰਦੂਆਂ, ਹਿੰਦੂ ਕਹਿੰਦੇ ਸਾਡੀ ਗੰਗਾ ਬਨਾਰਸ ਸਹੀ ਹੈ, ਮੱਕਾ ਗਲਤ ਹੈ। ਮੱਕਾ ਕਾਬਾ ਮੁਸਲਮਾਨੇ, ਉਹ ਕਹਿੰਦੇ ਸਾਡਾ ਮੱਕਾ ਸਹੀ ਹੈ, ਤੁਹਾਡਾ ਗਲਤ ਹੈ। ਕੋ ਸਤਨਾਮ। ਪ੍ਰੇਮ ਤਾਂ ਖਤਮ ਹੀ ਹੋ ਗਿਆ ਦੁਨੀਆ ਦੇ ਵਿੱਚੋਂ। ਪ੍ਰੀਤਮ ਜੀ ਕਹਿੰਦੇ ਸੁਨਨਤ ਮੁਸਲਮਾਨ ਦੀ, ਮੁਸਲਮਾਨ ਕਹਿੰਦੇ ਸੁਨਨਤ ਕਰਾਓ। ਧੱਕੇ ਦੇ ਨਾਲ ਕਸ਼ਮੀਰ ਤੋਂ ਸ਼ੁਰੂ ਕੀਤੀ ਸੁਨਨਤ ਕਰਨੀ ਇਹਨਾਂ ਲੋਕਾਂ ਨੇ। ਜਨੇਊ ਲਾਹ ਕੇ ਰੋਜ਼ਾਨਾ 1.25 ਮਣ ਪੱਕੇ ਇਹਨਾਂ ਨੇ ਰੱਖਣੇ। ਫਿਰ ਔਰੰਗਜ਼ੇਬ ਕੋਲ ਰਿਪੋਰਟ ਪਹੁੰਚਦੀ। ਇੱਕ ਤਾਂ 1.25 ਮਣ ਨਹੀਂ ਹੁੰਦੇ ਸੀਗੇ, ਸ਼ਹਿਰਾਂ ਦੇ ਵਿੱਚ ਜਨੇਊ ਤੋਲੇ ਜਾਂਦੇ, ਕਿਤੇ ਕਿਲੋ, ਕਿਤੇ 2 ਕਿਲੋ, ਕਿਤੇ 10 ਕਿਲੋ, ਕਿਤੇ 5 ਕਿਲੋ। ਆਥਣ ਤੱਕ 1.25 ਮਣ ਜਨੇਊ ਦੀ ਰਿਪੋਰਟ ਪਹੁੰਚ ਜਾਂਦੀ। ਤੇ 1.25 ਮਣ ਪੱਕਾ ਜਨੇਊ ਕਿੰਨੇ ਵਜਨ ਦਾ ਹੋਊਗਾ ਭਲਾ? ਕੋ ਸਤਨਾਮ ਸੀ। ਹੁਣ ਲੂਣ ਦੀ ਤੋਲ ਨਹੀਂ, ਤੋਲ ਦੱਸਿਆ, ਗਿਣਤੀ ਨਹੀਂ ਦੱਸੀ ਜਾਂਦੀ। ਫਿਰ ਉਹ ਕਸ਼ਮੀਰ ਦੇ ਪੰਡਤ ਜਿਹੜੇ ਸਨ ਇਕੱਤਰ ਹੋ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਆਏ। ਤੇ ਉਸ ਵੇਲੇ ਔਰੰਗਜ਼ੇਬ ਨੂੰ ਕੋਈ ਡੱਕਣ ਵਾਲਾ ਸੀ ਤਾਂ ਫਿਰ ਉਹ ਵੀ ਗੁਰੂ ਨਾਨਕ ਦਾ 9ਵਾਂ ਰੂਪ ਸੀ। ਕੋ ਸਤਨਾਮ ਸੀ। ਰਾਮ ਰਹੀਮ ਕਹਾਂਦੀ, ਉਹ ਕਹਿੰਦੇ ਸਾਡਾ ਰਾਮ ਵੱਡਾ, ਉਹ ਕਹਿੰਦੇ ਰਹੀਮ ਵੱਡਾ ਹੈ। ਇੱਕ ਨਾਮ ਦੋ ਰਾਹ ਭੁਲਾਣੇ। ਉਜੜ ਵਿੱਚ ਪੈ ਗਈ ਦੁਨੀਆ। ਬਾਬੇ ਨਾਨਕ ਨੂੰ ਮੱਕੇ ਵੀ ਜਾ ਕੇ ਦੱਸਣਾ ਪਿਆ ਕਿ ਅੱਲਾ ਚਾਰੇ ਪਾਸੇ ਹੈ, ਇੱਕ ਪਾਸੇ ਨਹੀਂ। ਉਹ ਕਹਾਣੀ, ਉਹ ਸਾਖੀ। ਸ਼ਾਮਾਂ ਨੂੰ ਪਹੁੰਚੇ ਉੱਥੇ, ਮੱਕੇ ਦੀ ਪਰਿਕਰਮਾ ਦੇ ਵਿੱਚ ਪੈ ਗਏ। ਸਾਰੀ ਜਨਤਾ ਦਾ ਪੈਰ ਜਿਹੜਾ, ਸਿਰ ਜਿਹੜਾ ਹੈ, ਉਹ ਮੱਕੇ ਦੀ, ਉਹ ਜਿਹੜਾ ਵਿਚਾਲੇ ਕਾਲਾ ਜਿਹਾ ਬਿਲਡਿੰਗ ਆ, ਉਹ ਮੱਕਾ ਉਸ ਦਾ ਨਾਮ। ਉਹਦੇ ਵੱਲ ਸਿਰ ਹੈ, ਸਭ ਦੇ ਪੈਰ ਬਾਹਰ ਨੂੰ ਹੈ। ਪਰ ਬਾਬੇ ਨਾਨਕ ਨੇ ਜਾਣ ਕੇ ਪੈਰ ਉਧਰ ਨੂੰ ਕਰ ਲਏ, ਕਿਉਂਕਿ ਗੱਲ ਕੋਈ ਚੱਲੇ ਤਾਂ ਫੇਰ ਹੀ ਗੱਲ ਚਲਾਵਾਂ। ਤੜਕੀ ਉਹਨਾਂ ਦਾ ਜੀਵਨ ਮੁੱਲਾ ਨਾਮ ਦਾ ਇੱਕ ਸੇਵਾਦਾਰ ਆਇਆ ਝਾੜੂ ਮਾਰਨ। ਉਹ ਵੇਖਦਾ ਸਾਰੇ ਤਾਂ ਹਾਜੀ ਠੀਕ ਪਏ ਨੇ, ਆਹ ਹਾਜੀ ਕਿਵੇਂ ਪਿਆ ਪੈਰ ਮੱਕੇ ਵੱਲ ਕਰਕੇ? ਕੀ ਇਹ ਹਾਜੀ ਨਹੀਂ ਹੈਗਾ? ਜਿਵੇਂ ਆਪਾਂ ਕਹਿ ਦਈਏ ਬੱਚੇ ਨੂੰ, ਪੁੱਤ ਪੈਰ ਇੱਧਰ ਨਾ ਕਰ। ਕਹੋ ਸਤਨਾਮ ਸੀ। ਉਹਨੇ ਆ ਕੇ ਪੁੱਛਿਆ ਨਹੀਂ, ਦੱਸਿਆ ਨਹੀਂ। ਪਾਤਸ਼ਾਹ ਅੱਖਾਂ ਮੀਚ ਕੇ ਪਏ ਆ, ਇਹਨੇ ਆ ਕੇ ਠੇਡਾ ਮਾਰੇ ਆ। ਬਾਬਾ ਜੀ ਉੱਠ ਬੈਠੇ। ਕੀ ਹੋ ਗਿਆ ਭਾਈ? ਕਹਿੰਦੇ ਤੂੰ ਹਾਜੀ ਹੈ ਕਿ ਕੋਈ ਪਖੰਡੀ ਹੈ? ਤੂੰ ਮੰਨਦਾ ਨਹੀਂ ਅੱਲਾ ਨੂੰ, ਮੁਹੰਮਦ ਨੂੰ? ਕਹਿੰਦੇ ਕਿਉਂ? ਤੂੰ ਪੈਰ ਮੱਕੇ ਵੱਲ ਕੀਤੇ ਆ। ਉਹ ਪਾਤਸ਼ਾਹ ਕਹਿੰਦੇ ਯਾਰ ਥੱਕੇ ਹੋਏ ਸੀ, ਅੱਧੀ ਰਾਤ ਨੂੰ ਪਹੁੰਚੇ ਆ ਇੱਥੇ, ਪਤਾ ਨਹੀਂ ਲੱਗਿਆ ਕਿੱਧਰ ਹੈ ਮੱਕਾ। ਤੂੰ ਐਂ ਕਰ, ਮੇਰੇ ਪੈਰ ਉੱਧਰ ਕਰ ਦੇ ਜਿੱਧਰ ਤੇਰਾ ਮੱਕਾ ਹੈ ਨਹੀਂਗਾ। ਕੋ ਸਤਨਾਮ। ਪਾਤਸ਼ਾਹ ਫਿਰ ਲੰਮੇ ਪੈ ਗਏ। ਇਹਨੇ ਪੈਰਾਂ ਕੋਲੋਂ ਫੜਿਆ ਪਾਤਸ਼ਾਹ ਨੂੰ, ਉਹਨਾਂ ਦਾ ਸਰੀਰ ਪਿਆਂ ਦਾ ਘੁਮਾਇਆ। ਜਦੋਂ ਇਧਰੋਂ ਚੱਕ ਕੇ ਇਧਰ ਕੀਤਾ, ਫਿਰ ਖੜਾ ਹੋ ਕੇ ਦੇਖਦਾ ਵੀ ਠੀਕ ਹੋ ਗਿਆ ਹੁਣ। ਪਰ ਮੱਕਾ ਫਿਰ ਕਹਿੰਦੇ ਸਾਹਮਣੇ ਆ। ਕੋ ਸਤਨਾਮ। ਅੱਖਾਂ ਮਲਦਾ ਵੀ ਯਾਰ ਸੁਪਨਾ ਹੈ, ਨਹੀਂ ਯਾਰ ਮੈਂ ਹੈ ਤਾਂ ਜਾਗਦਾ। ਫਿਰ ਫੜਿਆ ਪੈਰ, ਫਿਰ ਘੁਮਾ ਕੇ ਇੰਨਾ ਕੁ ਇਧਰ ਨੂੰ ਕਰਤਾ।
फिर वेखदा ठीक हो गया, हुण तां पासे हो गया, पर मक्का फिर सामने है। वो घबरा गया, लड़न लग्या, रौला पाउण लगे, कहंदा उठ के बाहर निकल जा, तू हाजी नहीं हैगा, कोई साडा अड़बंग मुसलमान आ गया तैनू मार दूगा। जब रौला पै गया तो बाबा रौला पा के कट करना ही चाहुंदा सी, को सतनाम क्यों कट करके समझाया जांदा सीगा। जे उत्थे गए हरिद्वार ते उत्थे भी कठ नूं समझाया, पुट्ठे पासे पानी सिट के। वो कहते सूरज नूं पानी दिंदे आ, क्यों? साडे बजुर्ग है जिहड़े सूरज दे पुत्र धर्मराज कोल आ, असीं ओहदे प्यो नूं पानी पिआउने आ ते ओह साडे मां प्यो नूं पानी दे दूगा। पातशाह कहंदे ठीक है दे चलो, ते पातशाह चक के ननकाना साहिब कन्नी मूँह करके सिੱਟਣ लगे पानी। फिर कहो सतनाम, कहंदे तूं कित्थे देना? ਉਹ मैं तो कला कला मुंडा माँ प्यो का, कणक बीज के आया, चल मैं भी पानी दे दिया कणक नूं। कहते इन्नी दूर कित्थों जाऊगा? क्योंकि बंदे नूं ਉਹਦੀ ਮਾਤੇ ਤਲ ਤੇ ਸਮਝਾਇਆ ਜਾਵੇ ਤਾਂ ਹੀ ਸਮਝ ਆਉਂਦੀ ਹੈ। ਹੁਣ ਬ੍ਰਾਹਮਣਾਂ ਦੀਆਂ ਗੱਲਾਂ ਐਡੀਆਂ ਉੱਚੀਆਂ, ਆਪਾਂ ਭੋਲੇ ਭਾਈ ਮੰਨ ਲੀਆਂ ਵੀ ਚੱਲ ਜਾਂਦਾ ਹੋਊਗਾ ਜਰਾ ਆਪਾਂ ਵੀ ਦੇ ਦਿੰਦੇ ਆ ਬਾਪੂ ਨੂੰ ਪਾਣੀ। ਕਹੋ ਸਤਨਾਮ, ਜਿਉਂਦੇ ਬਾਪੂ ਨੂੰ ਕੋਈ ਪਾਣੀ ਨਹੀਂ ਪਿਆਉਂਦਾ, ਜੀਵਤ ਜਿਉਂਦਿਆਂ ਨੂੰ ਕੋਈ ਮੰਨਦਾ ਨਹੀਂ। ਕਬੀਰ ਸਾਹਿਬ ਕਹਿੰਦੇ ਜੀਵਤ ਪਿੱਤਰ ਨਾ ਮਾਨਿਆ ਕੋ ਮੂਹੇ ਸਰਾਧ ਕਰਾਹੀ, ਬਿੱਤਰ ਵਪਰੇ ਕਿਉਂ ਕੋ ਪਾਵੈ ਕੂਆ ਕੁੱਕਰ ਖਾਈ। ਉੱਥੇ ਏਦਾਂ ਸਮਝਾਇਆ ਤੇ ਉੱਥੇ ਉਦਾਂ ਸਮਝਾਇਆ ਵੀ ਅੱਲਾ ਚਾਰੇ ਪਾਸੇ ਹੈ, ਕਿਸੇ ਇੱਕ ਪਾਸੇ ਨਹੀਂ। मेरे प्रीतम जी कहते राम रहीम कहाएंदे, एक नाम दोए राह लुभाने, बेर कते भुलाए के मोहे लालच दुनी शताने। हुण लालच विच आ गए, जो धर्म कहंदा जो ग्रंथ कहंदा उस दी गल भुला करके सारे इन्हां ग्रंथां तो माया कतर करन लगे। लालच विच आ गए सारे, वेदां किताबां दी गल छड्ड गए, सच किनारे रह गए। आखे मरदे ब्राह्मण मौलाने, ब्राह्मण ते मुल्लां दोने ही आपस विच लड़न लगे, सिरों न मिटे आवन जाने। पातशाह कहंदे इस तरह जिहड़ा है जीव दे सिर तो जिहड़ा आउणा जाना नहीं मिटदा। उस वेले जदों इदां दा समां आया गुरु प्यारिओ संसार दे विच, तां उस वेले दे समय दे हालात जिहड़े सन आप जी नूं सुनाए। भाई गुरदास दीआं वारां जरूर पढ़ो, इन्हां दे अर्थ करके भी पाए होए आ, तो आप जी यूट्यूब तो भी सुन सकदे हो। खैर इस तरह पातशाह कहते जती सती चिरजीव ने उस समय दे हालत भाई गुरदास जी लिखते हैं बाबे नानक दे आउण तो पहला ने। सिद्धनाथ गुरु बोचेले देवी देवर खीशरा भैरो खेत्रपाल बहु मेले। आ पिंडां दे विच कई खेत्रपाल दा जवाक दे फुੱਲ जा पाउंदे आ, पता नहीं की है ये, पर दुनिया विच लाए होए आ ब्राह्मणां दे, स्वार्थी ब्राह्मणां दे। बच्चे दे जन्म तो लैके बच्चे दी मनुख दी मौत तक दा इंतजाम कीता होया। कोई सतनाम। ते जदों बाबे गुरु गोबिंद सिंह जी ने एक दिन सारिया जंगा युद्धां तो बाद एक लंगर किया वड्डा आनंदपुर साहिब, ते हुण साडी लंगर दे विच मर्यादा भी तीजे पातशाह तो लैके भी बह जाओ अरदास करो, ते सारे छक लो बैठ के। उदां ही बैठ गए सारे। एक इन्हां दा ब्राह्मण हैगा केशवदास, हो आया गुस्सा जा कीता, वाह महाराज ये की गल बनी, तुसी लंगर दे विच पहलां ब्राह्मणां नूं क्यों नहीं छकाया? सारे राजे जदों जंग जित के आउंदे आ ते पहलां 11 ब्राह्मणां नूं छकाउंदे आ। बाबा जी कहंदे भूल गए, बिसर गए हो मिसर जू। कहंदे पांडे जी भुल गए। बाबा जी ने हल्का जा कहता भूले जी, बिसर गए हो मिसर जू। पंडित केशवदास उत्तों दी पै गया, गर्म हो गया, तुसी तां आ करता, तुसी आ करता, साडे सारे रीति रिवाज खत्म करते, जात पात खत्म कर दित्ती। बाबा जी कहते फिक्र करदा यार, तेरे घरे प्रशादा भेज दिन्ने अज तू, कोई गल नहीं। पर होर गर्म हो गया। बाबा जी संगतां सिखो सुन लो, अज तो बाद किसी ब्राह्मण नूं नहीं सदनागा, ये सोच के कि ब्राह्मण वड्डा ते असीं छोटे हाँ, सब बराबर है। साच कहो सुन लिहो, सब जिन प्रेम कियो ते नहीं पायो। संगतां रल के लंगर इकट्ठा करके इकट्ठा तैयार करया करो, ते अरदासा करके फिर इकट्ठे बह के छक लिया करो। सतगुर ने जाता पाता ऊच नीच जात पात के भेदभाव जिहड़े ये गुरुआं ने बाबे नानक तो शुरू किए, 10वें पातशाह तक बड़ा जदोजहद हुई। 239 साल लगे हैं इस काम ते। अज जे इकट्ठे बैठे हैं ना, आपां इकट्ठे बिठाउण वास्ते सानू सतगुर ने 239 साल गुरु प्यारिओ। फिर उदों पहला भगतां ने बड़ा लंबा समा इस विषय ते काम किया। कबीर साहब ने, नामदेव जी ने, कबीर साहब जी कहते हैं ब्राह्मण नूं, हम कत ब्राह्मण तुम कर सूद, हम कर तुम कत ब्राह्मण हम कर सूद। असी किवें शूदर तो किवें ब्राह्मण, हम कत लोहू तुम का दूध। तेरियां नाड़ां च दुध वगदा, साडियां च खून वगदा।
जो तू ब्राह्मण ब्राह्मणी जाया तो आन बाट काहे नहीं आया। जे तू उच्चा है तो फिर तेरे जम्मन का रस्ता भी कोई होर होना चाहिए सीगा, जम्मिया तू भी साडे वांगू माँ प्यो तो ही है। इस करके भगतां दी बाणी बेअंत है। मैं छोटी जी उदाहरण दी है, पर बेअंत कबीर साहब जी की जद्दोजहद उन्होंने मौके के स्वार्थी लालची ब्राह्मणों नाल हुई, जिहड़े बचन उन्होंने बाणी उच्चारण किए। इस करके पंजवें पातशाह ने उन्होंने बचनों नूं नाल रखिया। आउण वाले साडे बच्चिआं नूं, सानूं, साडे तो पहलां होइआं नूं, साडे तो बाहर जिहड़े बच्चे आउणगे, ये बाणी एंड तक साडा मार्गदर्शन करने वास्ते लिखी गई है। सानूं विचारना चाहिए, केवल ओनली असी भी किते उत्थे ही ना खड़ जाइए भी खंड पाठ करवाया, कीर्तन कराया, कथा की ते बस कम निबड़िया नहीं। शुरुआत की है तुसी। मैं तो कहना तुसी रोज़ भाई गुरदास दियां वारां विचारिया करो। बाणी जे तुसी अपने घर पोथियां रख के रोज़ दे एक दो अंग विचार के पढ़ लो तो बहुत वधिया होवेगा। आप पढ़ो, अपने बच्चों सुनाओ, समा कढ़ के। कोई टाइम नहीं है, शाम नूं समय शाम नूं बह जाओ, सवेरे समय सवेरे कर लो, दोपहरे समय दोपहरे बाणी पढ़ लो। बाणी का कोई टाइम नहीं, जिवें रोटी का कोई टाइम नहीं। भुख लगी तो खाओ, को सतनाम सी। मेरे प्रीतम जी कहते वो समा ऐसा आ गया, गण गंधर्वी अप्सरा किन्नर यख चलत बो खेले, राक्ष दानो दैत लख अंदर दूजा भाव दोहेले, हमें अंदर सबको डुबे गुरु सने बहुत चेले, गुरमुख कोई ना दसी ढूंढे तीर्थ यात्री मेले। बाबा नानक कहता हाँ चलिया, मैं चलिया गुरमुखां नूं लभण वास्ते, पर किते मैनू कोई रब दा प्यारा लभदा ही नहीं गया। सारे पखंडी पखंड फैल चुके आ। बाबे नानक ने यात्रा इसे वास्ते की। डिठे हिंदू तुर्क सब पीर पकंबर कौम कतेले, अंधी अंधे खूहे ठेले। ये सारा संसार जिहड़ा है अन्नियां दी तरह, जिवें अन्ना बंदा जिहड़ा है वो डिग पवे। ये सतगुरु पातशाही ने अज दे दिहाड़े ते 550 साल पहला मातलोक दे विच ननकाना साहिब विखे पिता मेहता कालो माता तृप्ता जी दे गृह अवतार धारे आ। बचपन तो उन्होंने सुभाਅ सी अपने आपे नाल जुड़े रहना। माता पिता ने लगता कि साडा पुत्र बीमार है, कदे मंजे ते बेड़े च पिया, कदे खेत जाके पै गया, मझां चरन गया तो उत्थे मंजे थले अपना दरख्त थले पै गया। वैद सदिया, वैद आया, चादर लाही, मूँह तो बेड़े च पए सी और चादर दे विचों बांह कढ़ ली, नब्ज फड़ी। बाबा जी उठ के बैठे, कदे बोले नहीं सीगे, अज उठ के बैठ गए। की गल बई तू बांह फड़ी है? पुत्त मैं वेखदा तैनू की बीमारी आ, तेरे बापू ने सद्दिया मैनू, फिर मैं इलाज करूँगा। 4 तरह की बीमारी हुंदी है, रक पित्त वात, रक्त पित्त वात ते सर्दी दी रेशे दी। बाबा कहे तू राजी आ? कहने मैनू की होया? और तू बीमार लगता मैनू। बाबा नानक कहना मैं किधरों बीमार आ? कहने मैं दसा तैनू की बीमारी आ? तो बैद हैरान हो गया भी कल तो इलाज आया सी तो मैनू बीमार करता बाबे ने। इन्ना क बच्चा जिवें इन्ना क बच्चा इन्नी क उम्र है बाबे नानक की उस वेले जो मंजे ते पिया बेड़े च। कहने तैनू बीमारी लगी है, ईरखा का ताप चढ़िया, गवांढी नाल ईरखा करनी, इन्हें कोठी किवें पाली बई, इन्हें कार लियांदी है, बहुत माड़ी गल है। ये ईरखा ताप चढ़िया तैनू? अच्छा जी। निंदिया चुगली दियां उल्टियां लगियां, भाव जो निंदिया कर दियां उदों साडी ताकत खत्म होंदी है, जिवें उल्टियां नाल भी ताकत खत्म होंदी है। कोई सतनाम। निंदिया चुगली दियां छालियां तैनू लगियां होईयां, तेरे पेट में जिहड़ा है सूल हुंदा, दर्द हुंदा है गवांढी दी तरक्की देख के। वो कहना महाराज ये तो गल्लां सारियां नाल ही है, कहे सारी दुनिया बीमार आ, तू भी बीमार आ। फिर बाबा सोनू की बीमारी है? कहने मेरी बीमारी वो नहीं हैगी जिहड़ी तू समझदा है, ते मेरी बीमारी का जिहड़ा है इलाज भी तेरे कोल है नहीं गा। कोई सतनाम। की बीमारी है बाबे नानक नूं? बाबे नानक नूं फिक्र है कि दुनिया नूं सीधे रस्ते किवें पावां। कोई सतनाम। वैद बुलाया वैदगी पगट ढोले वहां, भोला वैद न जानी करक कलेजे माहे। मेरे हिरदे विच दर्द हो रहा है, वो दर्द की दवाई तेरे कोले नहीं, ते वो दर्द कोई दर्दा वर्गा दर्द नहीं, वो दर्द है बाबा देखे ध्यान तर जलती सा पृथ्वी दिसे आई। दुनिया का दुखी होने का दर्द तो हुंदा ही होना, रब दे प्यारे अंदर जनता दुखी है।
ਅਸੀਂ ਸਿਆਲ ਦੇ ਵਿੱਚ ਰਜਾਈਆਂ ਲੈ ਕੇ ਬੈਠੇ ਆ, ਉਹ ਸਾਰੇ ਕਿਸਾਨ ਸੜਕਾਂ ਤੇ ਬੈਠੇ ਆ ਕਿ ਤੁਹਾਡੇ ਦਰਦ ਨਹੀਂ ਹੋ ਰਿਹਾ ਸਾਰਿਆਂ ਦੇ? ਕੋ ਸਤਨਾਮ। ਇਹ ਦਰਦ ਕਿਸੇ ਸਿਆਣੇ ਦੇ ਹੋ ਜੇ, ਕਿਸੇ ਰੱਬ ਦੇ ਪਿਆਰੇ ਦੇ ਹੋ ਜੇ, ਪਰਮੇਸ਼ਰ ਹੀ ਕਿਰਪਾ ਕਰੇ ਤਾਂ ਗੁਰੂ ਪਿਆਰਿਓ, ਉਸ ਵੇਲੇ ਫਿਰ ਜਦੋਂ ਬਾਬਾ ਨਾਨਕ ਜੀ ਦੁਨੀਆ ਵਿੱਚ ਆਏ, ਜਿੱਥੋਂ ਇਹ ਫਿਰ ਪੱਕੇ ਤੌਰ ਤੇ ਪ੍ਰਚਾਰ ਆਰੰਭ ਕਰਦੇ, ਵੈਸੇ ਬਚਪਨ ਵਿੱਚ ਵੀ ਸ਼ੁਰੂ ਕਰਤਾ ਸੀਗਾ। ਇੱਕ ਦਿਨ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਜਦ ਰਹਿੰਦੇ ਸੀਗੇ, ਤੜਕੇ ਤੜਕੇ ਇਸ਼ਨਾਨ ਕਰਨ ਜਾਣਾ ਨਦੀ ਦੇ ਵਿੱਚ, ਤੇ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਉੱਥੋਂ ਸੁਨੇਹਾ ਮਿਲਿਆ ਵੀ ਨਾਨਕ ਜੀ ਤੁਹਾਨੂੰ ਪਰਮੇਸ਼ਰ ਨੇ ਬੁਲਾਇਆ। ਉੱਥੇ ਕਹਿੰਦੇ ਟੁਬਕੀ ਲਾਈ ਤੇ ਲੋਪ ਹੋ ਗਏ। ਤੀਜੇ ਦਿਨ ਪ੍ਰਗਟ ਹੋਏ, ਮੋਦੀ ਖਾਨੇ ਤੇ ਪਹੁੰਚੇ, ਜਿਹਨੂੰ ਦੌਲਤ ਖਾਨ ਨੇ ਲੋਕ ਲਵਾਤਾ ਸੀਗਾ। ਪਾਤਸ਼ਾਹ ਨੇ ਗੇਟ ਖੋਲ੍ਹਿਆ, ਜਨਤਾ ਜਿਹਨੂੰ 3 ਦਿਨ ਹੋ ਗਏ ਸੌਦਾ ਨਹੀਂ ਮਿਲਿਆ ਸੀਗਾ, ਉਹ ਇਕੱਠੇ ਹੋ ਗਏ ਸਾਰੇ। ਨਾਨਕ ਆ ਗਿਆ, ਦੁਕਾਨਦਾਰ ਆ ਗਿਆ, ਮੋਦੀ ਆ ਗਿਆ, ਆਪਣਾ ਸੌਦਾ ਲਿਆਈਏ। ਬਾਬਾ ਜੀ ਖੋਲ ਕੇ ਛਪਾਟ ਗੇਟ, ਕਹਿੰਦੇ ਚੱਕ ਲਓ, ਅੱਜ ਮੈਂ ਵੇਚਣਾ ਨਹੀਂ, ਚੱਕ ਲਓ। ਹੋਇਆ ਕੀ? ਇਹ ਅਕਾਲ ਪੁਰਖ ਦੇ ਸਾਹਮਣੇ ਗਏ। ਅਕਾਲ ਪੁਰਖ ਕਹਿੰਦੇ ਨਾਨਕ ਮੇਰੇ ਬਾਰੇ ਦੱਸ ਲੋਕਾਂ ਨੂੰ। ਕਹਿੰਦੇ ਮੈਂ ਕਿਵੇਂ ਦੱਸਾਂ ਤੁਹਾਡੇ ਬਾਰੇ, ਮੈਨੂੰ ਕੁਝ ਦੱਸੋ। ਕਹਿੰਦੇ ਆ ਫਿਰ ਮੈਂ ਤੇਰਾ ਗੁਰੂ ਬਣਦਾ। ਗੁਰੂ ਬਣ ਕੇ ਫਿਰ ਅਕਾਲ ਪੁਰਖ ਨੇ ਉਹਨਾਂ ਨੂੰ ਇੱਕ ਮੰਤਰ ਦਿੱਤਾ, ਜਿਹੜਾ ਮੂਲ ਮੰਤਰ ਹੈ ਸਾਡਾ ਸਿੱਖੀ ਦਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਹਿੰਦੇ ਜਾ ਇਹਦੇ ਵਿੱਚ ਮੇਰੀ ਸਾਰੀ ਜਾਣਕਾਰੀ ਹੈ, ਡੈਫੀਨੇਸ਼ਨ ਮੇਰੀ ਇਹਦੇ ਵਿੱਚ ਹੈ ਸਾਰੀ। ਮੈਂ ਇੱਕ ਹਾਂ ਓਂਕਾਰ, ਇਹ ਕੁਦਰਤ ਵਿੱਚ ਵੀ ਮੈਂ ਹਾਂ। ਕਾਰ ਦਾ ਮਤਲਬ ਹੁਕਮ, ਹੁਕਮ ਹੀ ਹੁਕਮ ਚਲਾਹੇ ਰਾਹੋ। ਇਹ ਸਾਰੇ ਮੇਰੀ ਮਰਜ਼ੀ ਨਾਲ ਹੀ ਚੱਲ ਰਹੇ। ਇਹਨਾਂ ਨੂੰ ਦੱਸ ਵੀ ਤੁਹਾਡੇ ਅੰਦਰ ਹੁਕਮ ਪਰਮੇਸ਼ਰ ਦਾ ਚੱਲ ਰਿਹਾ ਹੈ। ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਕਰਤਾ ਪੁਰਖ ਇੱਕ ਓਂਕਾਰ ਸਤਨਾਮ, ਮੈਂ ਸਤ ਹਾਂ, ਮੇਰਾ ਨਾਮ ਵੀ ਸਤ ਹੈ। ਕਰਤਾ ਪੁਰਖ ਮੈਂ ਹੀ ਦੁਨੀਆ ਨੂੰ ਬਣਾਉਣ ਵਾਲਾ ਹਾਂ। ਨਿਰਭਉ ਨਿਰਵੈਰ ਮੈਂ ਡਰਦਾ ਤੇ ਡਰਾਉਂਦਾ ਨਹੀਂ। ਅਕਾਲ ਮੂਰਤ ਮੈਂ ਕਾਲ ਤੋਂ ਬਾਹਰ ਹਾਂ, ਮੈਂ ਮਰਦਾ ਨਹੀਂ ਕਦੇ ਵੀ। ਉਸ ਦਾ ਦੂਸਰਾ ਰੂਪ ਸ਼ਬਦ ਗੁਰੂ ਹੈ। ਇਹ ਕਦੇ ਮਰਦਾ ਨਹੀਂ, ਭਾਵੇਂ ਦੁਨੀਆ ਜਿੰਨੀ ਮਰਜ਼ੀ ਬੇਅਦਬੀ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰੇ। ਪਹਿਲੀ ਬੇਅਦਬੀ ਜਿਹੜੀ ਹੈ 1947 ਦੇ ਉਹਨਾਂ ਸਮਿਆਂ ਵਿੱਚ ਵੀ ਹੋਈ ਸੀ ਗ੍ਰੰਥ ਸਾਹਿਬ ਦੀ ਬੇਅਦਬੀ, ਪਰ ਆਹ ਤਾਂ ਕਲਯੁਗ ਲੱਗਦਾ ਭਿਆਨਕ ਆ ਗਿਆ। ਬਾਰ-ਬਾਰ ਬੇਸਮਝ ਲੋਕ ਜਿਹੜੇ ਹਨ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਦੇ ਆ, ਬੇਅਦਬੀ ਕਰਦੇ ਆ, ਪਰ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹ ਪਰਮੇਸ਼ਰ ਦਾ ਦੂਜਾ ਰੂਪ ਹੈ। ਇਵੇਂ ਪਰਮੇਸ਼ਰ ਕਹਿੰਦਾ ਮੈਂ ਖਤਮ ਹੋਣ ਵਾਲਾ ਨਹੀਂ, ਮੈਂ ਕਾਲ ਤੋਂ ਬਾਹਰ ਹਾਂ, ਸਮੇਂ ਤੋਂ ਬਾਹਰ ਹਾਂ। ਅਕਾਲ ਮੂਰਤ ਅਜੂਨੀ ਮੈਂ ਜੰਮਦਾ ਮਰਦਾ ਨਹੀਂ। ਜਿਵੇਂ ਸ਼ਬਦ ਜੰਮਦਾ ਨਹੀਂ, ਮੇਰੇ ਵਿੱਚ ਪ੍ਰਵੇਸ਼ ਹੋ ਗਿਆ, ਤੁਹਾਡੇ 'ਚ ਪ੍ਰਵੇਸ਼ ਹੋ ਗਿਆ, ਉਹ 'ਚ ਪ੍ਰਵੇਸ਼ ਹੋ ਗਿਆ। ਇਹ ਸ਼ਬਦ ਜਿੱਥੋਂ ਮਰਜ਼ੀ ਬੋਲ ਸਕਦਾ ਹੈ। ਰਵਿਦਾਸ 'ਚੋਂ ਵੀ ਬੋਲਿਆ। ਪੰਡਤ ਕਹਿੰਦੇ ਜਿਹੜੇ ਸ਼ੂਦਰ ਹੈ ਉਹ ਵੇਦਾਂ ਨੂੰ ਪੜ੍ਹ ਨਹੀਂ ਸਕਦੇ, ਲੇਕਿਨ ਰਵਿਦਾਸ ਵਿੱਚੋਂ ਬੋਲ ਪਿਆ। ਸ਼ਬਦ ਵਾਸਤੇ ਕੋਈ ਸ਼ੂਦਰ ਨਹੀਂ, ਸ਼ਬਦ ਵਾਸਤੇ ਕੋਈ ਬ੍ਰਾਹਮਣ ਨਹੀਂ। ਇਹਨੂੰ ਤਾਂ ਜਿਹੜਾ ਸਰੀਰ ਭਾ ਗਿਆ ਉੱਥੇ ਪ੍ਰਵੇਸ਼ ਕਰ ਜਾਂਦਾ। ਕੋ ਸਤਨਾਮ। ਇਸ ਕਰਕੇ ਮੈਂ ਜੰਮਦਾ ਮਰਦਾ ਨਹੀਂ। ਇਹ ਪਰਮੇਸ਼ਰ ਦਾ ਦੂਜਾ ਰੂਪ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨਾ ਕੋਈ, ਇਹਦੇ ਵਰਗਾ ਕੋਈ ਨਹੀਂ। ਇਹ ਕਦੇ ਖਤਮ ਵੀ ਨਹੀਂ ਹੋਣ ਵਾਲਾ। ਇਸ ਆਪਣੇ ਸਭ ਤੋਂ ਪਹਿਲਾਂ ਸੀਗਾ। ਸ਼ਬਦ ਵਿੱਚੋਂ ਆਪਾਂ ਪੈਦਾ ਹੋਏ ਹਾਂ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੇ ਪਾਛ ਹੈ, ਨਾਨਕ ਸ਼ਬਦ ਘਟੈ ਘਟੀ ਆਛ ਹੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰ। ਕਿੱਡੀ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਹੈ, ਹਿਸਾਬ ਲਾ ਲਓ। 10ਵੇਂ ਪਾਤਸ਼ਾਹ ਕਹਿੰਦੇ ਮੇਰਾ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚ ਕਮਾਨ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਆਤਮਾ ਸਰੀਰਾਂ ਵਿੱਚ ਹੈ ਨਾ, ਇਹੀ ਬਾਣੀ ਸਰੀਰਾਂ ਚੋਂ ਬੋਲਦੀ ਆ। ਕੋ ਸਤਨਾਮ। ਇੰਨੀ ਜੇ ਬੰਦੇ ਨੂੰ ਸਮਝ ਆ ਜੇ ਤਾਂ ਇਹਦੇ ਅੱਗੇ ਲੰਮਾ ਪਿਆ ਨਾ ਉੱਠੇ। ਜਿਹੜੇ ਮੂਰਖ ਲੋਕ ਬੇਅਦਬੀ ਕਰਨ ਦੀ ਸੋਚ ਲੈਂਦੇ ਆ। ਕੋ ਸਤਨਾਮ। ਜੇ ਇੰਨੀ ਸਮਝ ਆ ਜੇ ਵੀ ਇਹ ਰੱਬ ਹੈ, ਇਹ ਪਰਮੇਸ਼ਰ ਹੈ, ਸਾਡੇ ਵਾਸਤੇ ਦੁਨੀਆ ਵਿੱਚ ਆਇਆ, ਲਿਆਂਦਾ ਗਿਆ, ਅਕਾਲ ਪੁਰਖ ਦੇ ਗੁਰੂ ਨਾਨਕ ਦੇ ਰਾਹੀਂ ਦੁਨੀਆ ਵਿੱਚ ਆਉਣਾ ਕੀਤਾ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨਾ ਕੋਏ। ਇਸ ਤਰ੍ਹਾਂ ਜਦੋਂ ਬਾਬੇ ਨਾਨਕ ਨੇ ਫਿਰ ਮਾਤ ਲੋਕ ਦੇ ਵਿੱਚੋਂ ਪਰਮੇਸ਼ਰ ਕੋਲ ਜਾਣਾ ਕੀਤਾ, ਇੱਕ ਪੌੜੀ ਪੜ੍ਹ ਕੇ ਫਿਰ ਆਪਾਂ ਸਮਾਪਤੀ ਵੱਲ ਹੋਈਏ, ਕਿਉਂਕਿ ਉਧਰ ਵੀ ਡਿਊਟੀ ਆ। ਸਮੇਂ 'ਚ ਸਮਾਂ ਕੱਢ ਕੇ ਤੁਹਾਡੇ ਦਰਸ਼ਨ ਹੋਏ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਤਾਂ ਉੱਥੋਂ ਇਹ ਮੂਲ ਮੰਤਰ ਲੈ ਕੇ ਦੁਨੀਆ 'ਚ ਆਏ। ਛਪਾਟ ਮੋਦੀ ਖਾਨਾ ਖੋਲਤਾ,
लोगों ने लुटना शुरू करता। कोई खंड की बोरी चक के लिया, कोई आटे की बोरी, कोई कपड़िया का थान, क्योंकि सारा कुछ सीगा। जिहड़ी अज वड्डे वड्डे मॉल है उस समय दे विच वो मोदी खाना सी राजे दा। को सतनाम, सारा कुछ सी उहदे विच। राजे नूं किसी ने दस्सिया तेरा मोदी आ गया 3 दिनों बाद नदी चों निकल के, पर उन्हें तेरा समान लटाता। अगे तो बेचदा सीगा, ऐतकी तां घाटा पिया ही पिया, पर उदों भी 780 रुपये बाबे नानक दे बाद निकले। को सतनाम, उन्हें मोदी खाना बंद कराता। बाबा जाके बह गया सिवियां दे विच। सिवियां च बैठण दा कारण सी दुनिया डिस्टर्ब ना करूगी, क्योंकि लोग डरदे सिवियां जांदे नहीं सीगे। तां इस करके उत्थे जाके फिर की कीता बाबे ने, पहला बाबे पाया बख्शदर, पिछों दे फिर घाल कमाई रेत अक आहार का रोड़ा दी गुर करी विछाई। थले ही बैठे, कोई गद्दियां गदैले विछा के नहीं भगती हुंदी। भगती तो परमेश्वर कृपा करे तो भावें थले बैठ के हो सकती है। को सतनाम, पिछों दे फिर घाल कमाई रेत अक आहार का रोड़ा दी गुर करी विछाई। भारी करी तपस्या, उत्थे 3 महीने बैठे रहे। जवाकां नूं छड्ड के, जवाक दुखी, सौहरा मूला खतरी आ गया। राजे नूं कहते 780 रुपये बने आ, मैनू दे, मैं जवाकां नूं देने आ। बाबा जांदा जांदा कह गया यह फकीरां दे आ, फकीरां नूं वंड दिओ। राजा कड़िक्की च फस गया, की करा हुण मैं। उहनूं कहण लगे भी नानक नूं पुछ लो, उहदा एक मंत्री है यार खाओ। कहना भी नानक बैठा, उहनूं पुछ लो। उहनूं पुछण वास्ते गए तो गुरु प्यारू इधर सौहरा बाबा जी का बटाले तो जो आया है, कहना वो कमला हो गया, उन्होंने भूत चंबड़े हुए है। वो जवाक छड्ड के सिवियां भी जा बैठा, वो की दसूगा। एक बंदा भेजिया मुला, कहते जा वह भूत कढ़ के आ बाबे नानक का। भूत कढ़न गया बाबे नानक का। बाबा जी बैठे समाधि ला के, उन्होंने तो गुरु प्यार तपस्या आरंभ की परमेश्वर नाल मिलन दी, भावें कि परमेश्वर का दूजा रूप है ना हो। हुण की होया, ये जाके जिमें आह पुछा कढ़न करते आ, कौन है तू बोल, मैं तेनू मार दूंगा, मैं तेनू अग ला दूंगा। डराउन लग्या। बाबा नानक चुप करके बैठे रहे। अखीर इसने लीर दे विच अग ला के ना बत्ती जी बना के धुआं बना के नक दे कोले करता। को सतनाम, जब धुआं नक नूं चढ़िया फिर बोलना पिया। ते जब बोले बाबा जी तो जिन्ने लोग इकट्ठे होए खड़े सीगे भी अज बाबे नानक जो भूत कढ़ूगा वो मुल्ला गया होया पुछा कढ़न वाला। लोग इकट्ठे हो गए सी बहुत ज्यादा सिवियां च। जो बाबा जी बोले तो दुनिया कहनी बोल पिया ते बोलिए ते की बोले, धिग तिन्ना दा जीविया लिख लिख बेचा नाओ, खेती जिनकी उजड़ा खलवाड़े क्या थाओ। वो कहने भूत बोल पिया। बाबा कहना दुरफिटे मुंह सोडे, आ शब्दां नूं जंतर मंत्र बना के लियाओ मेरे को, भूत कढ़ना आया तू मेरे को। ਜਿਹੜੇ शब्दां नूं जंतर मंत्र बना के तवीत धागे बना के बेचते हैं, दुरफिट्टी उन्हां दे जम्मण दे जिउण दे। वो ये तो नाम बेचण वाला नहीं, ये तो उत्थे ले जाण वाला है। जिवें किसी जिमीदार दी खेतां विच फसल खराब हो जाए, घरे की ले जाऊगा। और तुसीं तां बाणी नूं इन्हां वेदां दे मंत्रां नूं बेचना शुरू करता। मुल्ला पैरी पै गया, कहना वाह महाराज, दुनिया कहती नानक कमला हो गया, तुसीं तां मैनूं भी सियाणा करता। को सतनाम। बस फिर मुला कहना जी वो ठीक है, उन्होंने कुछ नहीं होया, वो तो भगती च बैठे है। पहला बाबे पाया बख्शदर, भारी करी तपस्या वड्डे भाग हरस्यो बने आई। बाबा पहला सचखंड नौनित नाम गरीबी पाई, उथों आ ज्ञान लैके सानू वंडे आ। अकाल मूर्त यूनी से भंग मैं जमना मरदा नहीं, मैं जिथों मर्जी आपदी मर्जी नाल प्रगट हो सकदा। जिवें भगतां जो बोलिया ब्राह्मणां दे भगतां नूं वेद नहीं सुन दिते, नहीं पढ़ते। उन्हें ब्राह्मण तो यह कह दिता सीगा कि जे कोई शूद्र वेदां दी बाणी सुन लवे उहदे कंन भी शिक्का पा दिओ, जे कोई राम राम कहंदा उहदी जीभ कट दिओ। उन्हां समयां विच जंगलां दे विच एक बच्चा राम राम कह रहा सीगा, उस वेले रामचंद्र आया होया सीगा ते गुरु प्यारो ब्राह्मण भी उहदे नाल सी कुछ। ते उन्हां ब्राह्मण सुनिया भी ये शूद्र दा बेटा जिहड़ा राम राम कह रहा है, ते जे ये राम राम कहण लग पए साडी अहमियत घट जानी आ। उन्होंने उस बच्चे की जीभ कटवाती सी। को सतनाम सी, हिसाब ला लो। इस करके ऐसा एक पातशाह ने बख्शिश की है कि इनू पढ़िया अनपढ़िया सारिया की परमगति करने वास्ते है। इत्थे कोई जात पात शूद्र शादर नहीं है, इत्थे सारे बराबर हैं। तो हुण की होया, गुर प्रसाद परमेश्वर कहने मैं जिथे मर्जी बोल सकदा जी, तो मर्जी बोल सकदा।
गुरु हरकृष्ण महाराज ने गूंगे छज्जू महरे विचों गीता का ज्ञान सुनाता ते ब्राह्मण का हंकार दूर किया। को सतनाम सी जिथों मर्जी बोल सकता, वो अपनी मौज का मालक है, उन्हें अपनियां बाडियां बनाईयां पर काम उही लैंदा इन्हां तों। धनासरी महला पहला। गगन में थार रवचन दीप बने, तारका मंडल जनक मोती, तुह मलयान लो पवन चवरो करे सगल बनराए। फुलंत ज्योति कैसी आरती होए पवखन्ना तेरी आरती, अनहत्ता शब्दों अजंत भेरी रहाओ। ये शब्द जगन्नाथपुरी दे विच ब्राह्मणां नूं ज्ञान दिंदे उचारिया सी। ब्राह्मण कहते ठीक है ये आरती हो रही है, मन गए, तुसी थाल नहीं घुमाउंदे, कहते असीं थाल नहीं घुमाउंदे, असीं तां आरती वेखदे हां। कहते जी दी आरती ओ कित्थे है? कहते वो भी हैगा। कित्थे है? सहसता नैन ना नैन है तोहे को, ओदियां एक दो अखां नहीं, आ दुनिया दियां हज़ारां अखां चों ओही वेखदा है। मैं गलती कर रहा, तुसी वेख लिया तो मैनूं सज़ा तुसी दवा देनी किते न किते दस के भी बाबे ने इत्थे गलती कीती आ। कोई सतन किने वेख लिया? परमेश्वर ने वेख लिया। कोई सतनाम सहस तब नैन नन नैन है तोहे को, सहस मूर्त नैना एक तोही, ओदा एक शरीर नहीं, आ हजूरा शरीर हजारां शरीर उसे दे आ। सहस पद बिमल वो एक या दो पैरों ते नहीं चलता, इन्हां हजारां पैरों ते उही तुरिया फिरदा है। सहस पद बिमल नैना एक पद गंध बिना ओदा आपदा कोई नक नहीं, पर ए नक्का राही खुशबू ओही लैंदा सब दे दिमाग च बैठ के, 10वें द्वार च बैठ के। को सतनाम सी गंध बिना सहस तब गंध नानक, ओदा कोई नक नहीं, वो नानक है। शायद इसे करके परमेश्वर का एक नाम नानक भी टेक गया। को सतनाम सी नैना एक पद गंध बिना सहस तब गंध विचलत मोही, सामै जोत जोत दे सोए ते दे चानण, सामै चानण होए गुरसाखी जोत, प्रगट होए खैर आपा समाप्ति वल होइए। भारी करी तपस्या उथे 3 महीने बैठे मेरे प्रीतम, फिर वड्डे भाग हर से बने आई। दिव्य दृष्टि परमेश्वर नाल जुड़ी, दिव्य दृष्टि खोली तां की वेखदे ऐ? बाबा पैदा सचखंड नानक नाम गरीबी पाई, फिर बाबा देखे ध्यान तर जलती सा पृथ्वी दिसे आई। बाजों गुरु गुबार है हाय कर दी सुनी लुकाई, दया आई दर्द होया दिल विच नानक जी दे, उठ के तुर पे बाबे भेख बनाया उदासी की रीत चलाई, चढ़िया सोधन धरत लुकाई, दुनिया ने सीधे रस्ते पाउण वास्ते फिर चल पे। फिर लगातार 4 उदासियां कीतियां, जिथे जिथे चाहे राजियां विच नौकर सी, चाहे गुरु प्यारो जनता विच नौकर सी, चाहे मौके दे पैरोकार धर्म दे मुखियां विच नुख सी, वो सारे नुक्स बाबे ने जाके कढे। लम्मा समा चंगा रहा, जीवन वधिया रहा दुनिया का, पर हौली हौली गुरु प्यारो अज फिर कहानी उत्थे आ गई है मुड़ घुड़ के। को सतनाम अरदास करो। अकाल तख्त वालों भी हुक्म है कि जो सच दे मार्ग ते चले हुए किसान है, उन्हां दे प्रथाए अरदास करनी है सारे गुरु घरां दे विच भी वो अपने जिस टीचर लैके चले है उस दे विच जित प्राप्त करके आउण। आपां विचारां इत्थे रोकदे हां, अगलियां विचारां फिर कदे किरपा कीती